ਸਾਡੇ ਅਗਲੇ ਬੁਲਾਰੇ ਹਨ ਡਾਕਟਰ ਗੁਰਮੇਲ ਸਿੰਘ ਸਿੱਧੂ। ਇਹ ਖੁਦ ਸਾਇੰਸ ਦੇ ਸਟੂਡੈਂਟ ਆ, ਇੱਥੋਂ ਦੀ ਯੂਨੀਵਰਸਿਟੀ ਦੇ ਵਿੱਚ ਇਹ ਪੜ੍ਹਾਉਂਦੇ ਹਨ ਅਤੇ ਸਿੱਖ ਇਤਿਹਾਸ ਬਾਰੇ, ਗੁਰ ਇਤਿਹਾਸ ਬਾਰੇ ਇਹਨਾਂ ਨੇ ਬਹੁਤ ਕੁਝ ਲਿਖਿਆ ਹੈ। ਸੋ ਇਹਨਾਂ ਦਾ ਵੀ ਇਸ ਕੈਲੰਡਰ ਦੇ ਮੁੱਦੇ ਦੇ ਉੱਪਰ ਆਪਣਾ ਇੱਕ ਪਰਸਪੈਕਟਿਵ ਹੈ, ਇੱਕ ਸੁਝਾਅ ਖਿਆਲ ਜੋ ਹਨ ਅਕਸਰ ਵੱਖ-ਵੱਖ ਨਿਊਜ਼ਪੇਪਰ ਵਿੱਚ ਪਬਲਿਸ਼ ਕਰਵਾਉਂਦੇ ਰਹਿੰਦੇ ਹਨ। ਸੋ ਹੁਣ 1-2 ਮਿੰਟ ਦੇ ਲਈ ਆ ਕੇ ਉਹ ਸੰਗਤ ਨੂੰ ਸੰਬੋਧਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ 2 ਮਿੰਟ ਹੀ ਲੈਣੇ ਤੁਹਾਡੇ ਮੈਂ। ਜੇ ਤੁਸੀਂ ਦੁਨੀਆ ਦੇ ਰਿਲੀਜਨ ਦੀ ਲਿਸਟ 'ਤੇ ਨਜ਼ਰ ਮਾਰੋ ਤਾਂ 6 ਰਿਲੀਜਨ ਨੇ, ਔਰ ਉਹਨਾਂ ਦੇ ਵਿੱਚੋਂ 4 ਰਿਲੀਜਨ ਐਸੇ ਨੇ ਜਿਹਨੂੰ ਅਸੀਂ ਅਹਿਲੇ ਕਿਤਾਬ ਕਹਿੰਦੇ ਹਾਂ, ਜਿਨ੍ਹਾਂ ਦੀਆਂ ਆਪਣੀਆਂ ਧਾਰਮਿਕ ਗ੍ਰੰਥ ਹੈਗੇ ਨੇ। ਉਹਨਾਂ ਦੇ ਵਿੱਚੋਂ 3 ਸਮੈਟਿਕ ਰਿਲੀਜਨ ਨੇ, ਜੂਡਿਜ਼ਮ, ਕ੍ਰਿਸਚੀਅਨਿਟੀ ਅਤੇ ਇਸਲਾਮ। ਚੌਥਾ ਹੈ ਸਿੱਖਿਜ਼ਮ, ਜਿਹਦੀ ਆਪਣੀ ਧਾਰਮਿਕ ਗ੍ਰੰਥ ਹੈਗਾ ਔਰ ਪੱਛਮੀ ਰਿਲੀਜਨ 'ਤੇ ਬੇਸਡ ਨਹੀਂ ਹੈਗਾ। ਔਰ ਇਸ ਤੋਂ ਇਲਾਵਾ ਹਿੰਦੂਇਜ਼ਮ, ਬੁੱਧਿਜ਼ਮ, ਸ਼ਿੰਟੋਇਜ਼ਮ, ਚਾਈਨੀਜ਼ ਰਿਲੀਜਨ ਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਵੀ ਗਾਹਾਂ ਸਬ ਰਿਲੀਜਨਸ ਹੈਗੇ ਨੇ, ਔਰ ਬਾਕੀ ਦੇ ਰਿਲੀਜਨ ਵਿੱਚ ਵੀ ਸਬ ਰਿਲੀਜਨਸ ਹੈਗੇ ਨੇ, ਔਰ ਬਲਕਿ ਕਈ ਕਬੀਲਿਆਂ ਦੇ ਰਿਲੀਜਨਸ ਨੇ ਆਪਣੇ। ਔਰ ਦਿਲਚਸਪ ਗੱਲ ਇਹ ਹੈ ਕਿ ਹਰ ਰਿਲੀਜਨ ਦਾ ਜਿਹੜੇ ਮੁੱਖ ਰਿਲੀਜਨ ਨੇ ਉਹਨਾਂ ਦੇ ਤਾਂ ਆਪਣੇ ਆਪਣੇ ਕੈਲੰਡਰ ਹੋਣੇ ਚਾਹੀਦੇ ਨੇ ਔਰ ਹੈਗੇ ਨੇ, ਲੇਕਿਨ ਕਬੀਲਿਆਂ ਦੇ ਵੀ ਆਪਣੇ ਆਪਣੇ, ਜਿਸ ਤਰ੍ਹਾਂ ਜੰਤਰੀਆਂ ਹੈਗੀਆਂ ਉਹਨਾਂ ਨੇ ਵੀ ਬਣਾਈਆਂ ਨੇ। ਉਹਨਾਂ ਨੂੰ ਵੀ ਇਸ ਗੱਲ ਦਾ ਗਿਆਨ ਹੈ ਕਿ ਸਾਡੇ ਜਿਹੜਾ ਪੈਰੋਕਾਰ ਸਾਡਾ ਹੋਇਆ, ਔਰ ਉਸ ਦੇ ਆਧਾਰ 'ਤੇ ਸਾਨੂੰ ਵੀ ਆਪਣਾ ਕੈਲੰਡਰ ਰੱਖਣਾ ਚਾਹੀਦਾ ਹੈਗਾ। ਕ੍ਰਿਸਚੀਅਨਿਟੀ ਦੇ ਵਿੱਚ ਬਹੁਤ ਸਾਰੇ ਰਿਲੀਜਨਸ ਨੇ। ਹੁਣ ਇਹ ਗੱਲ ਹੋ ਰਹੀ ਸੀ ਕਿ 16ਵੀਂ ਸਦੀ ਵਿੱਚ ਉਹਨਾਂ ਨੇ ਕੈਲੰਡਰ ਸੋਧਿਆ, ਫਿਰ 18ਵੀਂ ਸਦੀ 'ਚ ਸੋਧਿਆ। ਉਹ ਵੀ ਇਸ ਕਰਕੇ ਸੀਗਾ ਕਿ ਜਦ ਪ੍ਰੋਟੈਸਟੈਂਟ ਧਰਮ ਜੁਦਾ ਹੋਇਆ, ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਉਹਦੇ ਵਿੱਚ ਸੋਧ ਕੀਤੀ। ਔਰ ਸੋਧ ਕਿਉਂ ਹੋਈ? ਇੱਕ ਪਰਨਿਕਸ ਹੋਏ ਨੇ ਸਾਇੰਟਿਸਟ ਇਟਲੀ ਦੇ, ਜਿਨ੍ਹਾਂ ਨੇ ਪਹਿਲਾਂ ਚੈਲੰਜ ਕੀਤਾ ਕਿ ਜਿਹੜੀ ਧਰਤੀ ਹੈਗੀ ਆ ਇਹ ਸੂਰਜ ਦੁਆਲੇ ਘੁੰਮਦੀ ਹੈ, ਸੂਰਜ ਧਰਤੀ ਦੁਆਲੇ ਨਹੀਂ ਘੁੰਮਦਾ। ਔਰ ਉਸਨੇ ਇਸ ਸਰੀਰ ਨੂੰ ਬੜੀ ਸੱਟ ਮਾਰੀ, ਲੇਕਿਨ ਉਸ ਵੇਲੇ ਤਾਂ ਉਹਨਾਂ ਨੂੰ ਸਾਇੰਸਦਾਨਾਂ ਨੂੰ ਕਿਸੇ ਨੂੰ ਫਾਂਸੀ ਚਾੜ੍ਹ ਦਿੱਤਾ, ਕਿਸੇ ਨੂੰ ਸਟੇਕ 'ਤੇ, ਲੇਕਿਨ ਉਹਨਾਂ ਨੇ ਸੋਚਣਾ ਸ਼ੁਰੂ ਕੀਤਾ ਵੀ ਬੰਦੇ ਨੇ ਗੱਲ ਕਹੀ ਦੇ ਔਰ ਕਿਆ ਧਿਆਨ ਤਾਂ ਕਰੋ। ਉਸ ਤੋਂ ਬਾਅਦ ਫਿਰ ਅੱਜ ਤੱਕ ਕੈਥੋਲਿਕ ਰਿਲੀਜਨ ਦੇ ਵਿੱਚ, ਵੈਟੀਕਨ ਦੇ ਵਿੱਚ, ਔਰ ਇੰਗਲੈਂਡ ਦਾ ਰਿਲੀਜਨ ਜਿਹੜਾ ਕਿ ਪ੍ਰੋਟੈਸਟੈਂਟ ਬਣ ਗਿਆ ਸੀਗਾ, ਉਹਨਾਂ ਦੇ ਆਪਣੇ ਰਿਲੀਜਨ ਦੇ ਪੈਰੋਕਾਰ ਨੇ, ਔਰ ਹਰ ਰਿਲੀਜਨ ਦੀ ਆਪਣੀ ਪੜ੍ਹਿਆ ਲਿਖਿਆ ਬੰਦਿਆਂ ਦੀ ਕਮੇਟੀ ਹੈ ਜਿਹੜੀ ਉਹਨਾਂ ਨੂੰ ਗਾਈਡ ਕਰਦੀ ਹੈਗੀ ਆ ਕਿ ਕਿਸ ਵੇਲੇ ਰਿਲੀਜਨ ਦੇ ਵਿੱਚ ਕਿਸ ਗੱਲ ਨੂੰ ਪ੍ਰਚਾਰਨਾ ਹੈ, ਕਿਸ ਗੱਲ ਨੂੰ ਨਹੀਂ ਪ੍ਰਚਾਰਨਾ। ਹੁਣ ਨੁਕਤਾ ਇਹ ਹੈਗਾ ਕਿ ਉਸੇ ਰਿਲੀਜਨ ਦੇ ਉਹ ਬੰਦੇ ਇਸ ਕਦਰ ਦੀਆਂ ਗੱਲਾਂ ਸੋਚ ਸਕਦੇ ਨੇ, ਲੌਜੀਕਲ ਨਤੀਜੇ ਕੱਢ ਸਕਦੇ ਨੇ, ਜਿਨ੍ਹਾਂ ਦੀਆਂ ਆਪਣੀਆਂ ਪੜ੍ਹੀਆਂ ਲਿਖੀਆਂ ਦੀਆਂ ਕਮੇਟਾਂ ਹੈਗੀਆਂ। ਹੁਣ ਸਾਡੇ 'ਚ ਨੁਕਸ ਇਹ ਹੈਗਾ ਕਿ ਸਾਡੀ ਜਿਹੜੀ ਪ੍ਰਥਾ ਦੇ ਵਿੱਚ ਥੋੜ੍ਹੇ ਬੰਦੇ ਹੋਏ ਨੇ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਗਿਆਨਵਾਨ ਸੀਗੇ, ਜਿਨ੍ਹਾਂ ਨੇ ਅਕਾਲ ਤਖਤ 'ਤੇ ਔਰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ 'ਚ ਬਹਿ ਕੇ ਇਸ ਤਰ੍ਹਾਂ ਦੇ ਨਿਰਣੇ ਲਏ। ਲੇਕਿਨ ਅੱਜ ਕੱਲ੍ਹ ਦੀ ਜਿਹੜੀ ਸਥਿਤੀ ਸਾਡੀ ਇਹ ਹੈਗੀ ਹੈ ਕਿ ਅਨਫੋਰਚੂਨੇਟਲੀ ਉੱਥੇ ਉਹ ਲੋਕ ਬੈਠੇ ਨੇ ਜਿਨ੍ਹਾਂ ਨੂੰ ਪੰਜਾਬੀ ਤੋਂ ਛੁੱਟ ਦੂਸਰੀ ਜ਼ੁਬਾਨ ਹੀ ਨਹੀਂ ਆਉਂਦੀ, ਪੜ੍ਹਨਾ ਤਾਂ ਹੋਰ ਕੀ ਹੈਗਾ, ਔਰ ਕੋਈ ਉੱਥੇ ਉਹਨਾਂ ਕੋਲ ਕਮੇਟੀ ਨਹੀਂ ਹੈਗੀ ਜਿਹੜੀ ਉਹਨਾਂ ਨੂੰ ਗਾਈਡ ਕਰ ਸਕੇ। ਸੋ ਇਸੈਂਸ਼ਲੀ ਫਿਰ ਹੋਣਾ ਕੀ ਹੈਗਾ ਆ, ਫਿਰ ਤਾਂ ਆਹੀ ਗੱਲ ਹੋਏਗੀ ਕਿ ਲੂਨਰ ਲੈਣਾ ਕਿ ਸੋਲਰ ਸਿਸਟਮ ਨੂੰ ਆਪਣਾ ਪ੍ਰਚਾਰਨਾ ਹੈਗਾ ਆ। ਸੋ ਇਸ ਤਰ੍ਹਾਂ ਮੈਂ ਸਮਝਦਾ ਹੈਗਾ ਕਿ ਸਾਨੂੰ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈਗੀ ਕਿ ਸਾਨੂੰ ਉੱਥੇ ਕੁਛ ਉਸ ਤਰ੍ਹਾਂ ਦੇ ਬੰਦੇ ਅਕਾਲ ਤਖਤ 'ਤੇ ਹੋਣੇ ਚਾਹੀਦੇ ਨੇ ਜਿਹੜੇ ਸਾਇੰਟੀਫਿਕ ਬੇਸ 'ਤੇ ਹੋਣ, ਸੋਚ ਸਕਦੇ ਹੋਣ, ਗੁਰੂ ਗ੍ਰੰਥ ਸਾਹਿਬ ਦੀ ਘੋਖਿਆ ਕਰ ਸਕਦੇ ਹੋਣ, ਔਰ ਉਹ ਉਹਨਾਂ ਨੂੰ ਗਾਈਡ ਕਰਨ, ਉਹਨਾਂ ਦੇ ਬੇਸ 'ਤੇ ਉਹ ਫਿਰ ਇਹ ਨਤੀਜੇ ਲੈਣ। ਅਨਫੋਰਚੂਨੇਟਲੀ ਹੋ ਨਹੀਂ ਰਿਹਾ। ਸੋ ਮੁੱਦਾ ਇਹੀ ਹੈ ਕਿ ਇਹ ਕਿੱਦਾਂ ਕਰਨਾ ਹੈਗਾ ਆ, ਰਾਦਰ ਦੈਨ ਕਿ ਝੰਡੇ ਲੈ ਕੇ ਅਸੀਂ ਖੜ੍ਹੇ ਹੋ ਜਾਈਏ ਵੀ ਇਹ ਜਥੇਦਾਰ ਨੂੰ ਕੱਢੋ, ਫਲਾਣੇ ਨੂੰ ਕੱਢੋ। ਉਸ ਦੀ ਸੋਚ ਨੂੰ ਬਦਲਣ ਦੀ ਲੋੜ ਹੈ ਅਤੇ ਉਸ ਵਿੱਚ ਮੇਰਾ ਖਿਆਲ ਤੁਹਾਡਾ ਯੋਗਦਾਨ, ਜਿਹੜੇ ਲੋਕ ਇੱਥੇ ਬੈਠੇ ਨੇ ਇਸੇ ਕਰਕੇ ਬੈਠੇ ਨੇ, ਇਹਨਾਂ ਵਿਦਵਾਨਾਂ ਨੇ ਸਾਨੂੰ ਦੱਸਿਆ ਹੈਗਾ, ਤੁਸੀਂ ਸੁਣਿਆ ਹੈਗਾ, ਉਸ ਦੇ ਬੇਸ 'ਤੇ ਸਾਨੂੰ ਹਮਲੇ ਮਾਰਨੇ ਚਾਹੀਦੇ ਆ। ਲੈ ਕੇ ਗੱਲਾਂ ਤਾਂ ਹੋਰ ਵੀ ਬਥੇਰੀਆਂ ਨੇ, ਲੇਕਿਨ ਮੇਰੀ ਇੰਨੀ ਕੁ ਬੇਨਤੀ ਹੈ
ਕਿ ਜੋ ਵੀ ਅਕਾਲ ਤਖਤ ਸਾਹਿਬ ਤੇ ਜਾਵੇ ਉਹਦੇ ਵਿੱਚ ਇਹ ਮੈਂਸ਼ਨ ਜ਼ਰੂਰ ਕੀਤਾ ਜਾਵੇ ਕਿ ਇਹਦੀ ਕਮੇਟੀ ਹੋਵੇ ਪੜ੍ਹਿਆਂ ਲਿਖਿਆਂ ਬੰਦਿਆਂ ਦੀ, ਸਾਇੰਟੀਫਿਕ ਬੰਦਿਆਂ ਦੀ, ਜਿਹੜੇ ਨਿਰਣਾ ਕਰਕੇ ਤੁਹਾਨੂੰ ਸਲਾਹ ਦੇ ਸਕਣ ਔਰ ਉਹਦੇ 'ਤੇ ਤਲ ਕੇ, ਜਿੱਦਾਂ ਪੁਰੇਵਾਲ ਸਾਹਿਬ ਹੈਗੇ ਨੇ, ਮੈਂ ਉਹਨਾਂ ਨੂੰ ਪਰਸਨਲੀ ਜਾਣਦਾ ਹੈਗਾ ਔਰ ਜਦੋਂ ਕੈਲੰਡਰ ਬਣਾ ਰਿਹਾ ਸੀ ਉਦੋਂ ਵੀ ਉਹਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ। ਇਸ ਤਰ੍ਹਾਂ ਦੇ ਬੰਦਿਆਂ ਨੂੰ ਉਹ ਰੱਖਣ ਤਾਂ ਜਾ ਕੇ ਸੁਧਾਰ ਆਏਗਾ। ਥੈਂਕ ਯੂ ਵੈਰੀ ਮਚ। ਡਾਕਟਰ ਗੁਰਮੇਲ ਸਿੰਘ ਜੀ ਦਾ ਧੰਨਵਾਦ। ਹੁਣੇ ਉਹ ਗੱਲ ਕਰ ਰਹੇ ਸਨ ਕਿ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਦੇ ਵਿੱਚ ਜੋ ਉੱਥੇ ਕੰਮ ਕਰਦੇ ਹਨ, ਉਹਨਾਂ ਦੇ ਕੰਮ ਕਰਨ ਦੇ ਤਰੀਕੇ ਕੀ ਹਨ, ਕਿਸ ਤਰ੍ਹਾਂ ਉੱਥੇ ਨਿਰਣੇ ਲਏ ਜਾਂਦੇ ਹਨ। ਤਾਂ ਸਾਡੇ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸਰਦਾਰ ਤਰਲੋਚਨ ਸਿੰਘ ਦਪਾਲਪੁਰ ਇੱਥੇ ਆਏ ਹੋਏ ਹਨ। ਸੋ ਇਹ ਮੈਂਬਰ ਰਹਿ ਚੁੱਕੇ ਹਨ, ਬੜੇ ਨੇੜਿਓਂ ਹੋ ਕੇ ਇਹਨਾਂ ਨੇ ਉਹਨਾਂ ਦਾ ਕੰਮਕਾਜ ਦੇਖਿਆ ਹੈ। ਸੋ ਕੁਝ ਮਿੰਟਾਂ ਦੇ ਲਈ ਆ ਕੇ ਸੰਗਤ ਨੂੰ ਸੰਬੋਧਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਇਹ ਦੋਏ ਗੱਲਾਂ ਤਾਂ ਨਹੀਂ ਹੋ ਸਕਦੀਆਂ। ਸੈਕਟਰੀ ਸਾਹਿਬ ਨੇ ਕਿਹਾ ਵੀ ਸ਼੍ਰੋਮਣੀ ਕਮੇਟੀ ਦਾ ਕੰਮ ਵੀ ਮੈਂਬਰ ਸਾਬਕਾ ਮੈਂਬਰ ਨੇ ਨੇੜਿਓਂ ਦੇਖਿਆ ਵੀ ਉਹ ਦੱਸਣਗੇ ਵੀ ਕਿਵੇਂ ਕਿਵੇਂ ਹੁੰਦਾ, ਅਤੇ ਨਾਲੇ ਕਹਿੰਦਾ 2 ਮਿੰਟ ਹੋ ਗਿਆ ਨਾ। ਮੇਰੇ ਲਈ ਸਵਾਲ ਪ੍ਰੋਬਲਮ ਖੜੀ ਹੋ ਗਈ। ਸਾਧ ਸੰਗਤ ਜੀ ਵੀ ਟੈਕਨੀਕਲ ਗੱਲਾਂ ਕੈਲੰਡਰ ਬਾਰੇ ਬਹੁਤ ਹੋ ਗਈਆਂ ਔਰ ਖਾਸ ਕਰਕੇ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਬੁਲਾਰਿਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਸੀਂ ਪੜ੍ਹਦੇ ਲਿਖਦੇ ਨਹੀਂ ਹੈਗੇ, ਸਾਨੂੰ ਪੜ੍ਹਨ ਲਿਖਣਾ ਚਾਹੀਦਾ, ਅਕਾਲ ਤਖਤ 'ਤੇ ਪੜ੍ਹੇ ਲਿਖੇ ਬੰਦੇ ਭੇਜਣੇ ਚਾਹੀਦੇ ਆ। ਲਓ ਮੈਂ ਇਹ ਗੱਲ ਤੁਹਾਨੂੰ ਸੁਣਾ ਦਿੰਦਾ। ਮੈਨੂੰ ਇਹ ਖੋਟੀ ਆਦਤ ਪਈ ਆ ਕਿ ਜਦੋਂ ਸਫ਼ਰ 'ਤੇ ਜਾਣਾ ਜਾਂ ਕਿਤੇ ਮੀਟਿੰਗ ਵਿੱਚ ਜਾਣਾ, ਲੰਬਾ ਸਫ਼ਰ ਹੋਣਾ, ਅਤੇ 2-3 ਕਿਤਾਬਾਂ ਜਾਂ ਕਾਪੀ ਨੋਟਬੁੱਕ ਕੋਲ ਰੱਖ ਲੈਣੀ ਅਤੇ ਉਹ ਪੜ੍ਹਨਾ। ਇੱਕ ਵਾਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਕਿਰਪਾਲ ਸਿੰਘ ਬਡੂੰਗਰ ਜੀ, ਅਤੇ ਅਸੀਂ ਜਨਰਲ ਹਾਊਸ ਦੀ ਮੀਟਿੰਗ ਵਿੱਚ ਮੈਂ ਚਲਾ ਗਿਆ ਅਤੇ ਸ਼ਾਮ ਪਈ, ਸਾਡੇ ਕਮਰੇ ਦੇ ਵਿੱਚ ਵੀ ਸੁੱਕੇ ਬਦਾਮ, ਮੇਵੇ, ਦੁੱਧ ਦੇ ਜੱਗ ਆ ਗਏ ਅਤੇ ਮੈਂ ਕੁਰਸੀ 'ਤੇ ਬੈਠਾ ਕਿਤਾਬ ਪੜ੍ਹ ਰਿਹਾ ਸੀਗਾ ਅਤੇ ਬਡੂੰਗਰ ਸਾਹਿਬ ਇਹ ਚੈੱਕ ਕਰ ਰਹੇ ਸੀ ਵੀ ਮੈਂਬਰਾਂ ਨੂੰ ਸੁੱਕੇ ਮੇਵੇ, ਕਾਜੂ ਬਦਾਮ ਪਹੁੰਚੇ ਕਿ ਨਹੀਂ ਪਹੁੰਚ ਗਏ। ਉਹਨਾਂ ਨੇ ਦੇਖਿਆ ਵੀ ਇੱਕ ਵਾਰੀ ਲੰਘੇ, ਦੂਜੀ ਵਾਰੀ ਲੰਘੇ, ਵੀ ਮੈਂ ਕਿਤਾਬ ਪੜ੍ਹ ਰਿਹਾ ਸੀਗਾ ਅਤੇ ਉਹ ਮੇਰੇ ਕੋਲ ਕਹਿੰਦੇ, ਉਹ ਕਾਕਾ ਇਹ ਕਿਤਾਬਾਂ ਕੁਤਾਬਾਂ ਬੰਦ ਕਰ ਦੇ, ਸਾਡੇ ਪੰਥ 'ਚ ਪੜ੍ਹੇ ਲਿਖੇ ਨੂੰ ਝੱਟ ਬਾਹਰ ਮੱਖਣ ਦੇ ਬਾਲ ਬੰਕਾਰ ਕੱਢ ਦਿੰਦੇ ਆ, ਇੱਥੇ ਪੜ੍ਹੇ ਲਿਖਣ ਦੀ ਲੋੜ ਨਹੀਂ ਹੈਗੀ ਇੱਥੇ। ਇਹ ਭਾਵੇਂ ਗੱਲ ਉਹਨੇ ਹਾਸੇ 'ਚ ਕਹੀ ਪਰ ਗੱਲ ਬਿਲਕੁਲ ਦਰੁਸਤ ਹੈ। ਸਾਧ ਸੰਗਤ ਜੀ, ਪੜ੍ਹਿਆ ਲਿਖਿਆ ਵਿਦਵਾਨ ਹੋਣਾ, ਆਪਣੇ ਟੈਕਨੀਕਲ ਗੱਲਾਂ ਕਰ ਰਹੇ ਸੀਗੇ ਸਰਬਜੀਤ ਸਿੰਘ ਹੋਣੀ, ਤੁਹਾਡਾ ਤਾਂ ਮੈਨੂੰ ਪਤਾ ਨਹੀਂ ਪਰ ਮੈਨੂੰ ਲੱਗਦਾ ਸੀ ਕਿ ਮੈਨੂੰ ਹੁਣ ਟੈਲਨਲ ਦੀ ਗੋਲੀ ਖਾਣੀ ਪੈਣੀ ਆ, ਸਿਰ ਦੁਖਣ ਲੱਗ ਪਿਆ ਮੇਰਾ ਵੀ ਚੰਦ ਇੰਨੀ ਤਰੀਕ ਨੂੰ ਚੜ੍ਹਿਆ, ਇੰਨੀ ਤਿੱਥਾਂ ਗੜੀਆਂ, 4:15 ਇੱਦਾਂ ਹੋ ਗਿਆ। ਅਤੇ ਇਹ ਬੜੇ ਗੁੰਝਲਦਾਰ ਸਵਾਲ ਹੈ। ਮੈਂ ਕਹਿੰਦਾ ਧੰਨ ਜਿਗਰਾ, ਧੰਨ ਦਿਮਾਗ ਉਸਪਾਲ ਸਿੰਘ ਪੁਰੇਵਾਲ ਦਾ, ਉਹ ਐਡਾ ਪੜ੍ਹਿਆ ਲਿਖਿਆ ਅਤੇ ਉਹਦੀ ਹਾਲ ਕੀ ਹੋਈ। 2010 ਵਿੱਚ ਹੋਠੀ ਸਾਹਿਬ ਦੱਸ ਕੇ ਗਏ ਨਾ ਵੀ ਪ੍ਰੋਗਰਾਮ ਕਰਵਾਇਆ ਸੀਗਾ। 2010 ਵਿੱਚ ਮੈਂ ਬਤੌਰ ਪੱਤਰਕਾਰ ਉਹਨਾਂ ਨੂੰ ਮਿਲਣ ਗਿਆ ਸਨੋਜੇ, ਅਤੇ ਮੈਂ ਪੁਰੇਵਾਲ ਸਾਹਿਬ ਨੂੰ ਪੁੱਛਿਆ, ਇੰਟਰਵਿਊ ਲਈ, ਉਹਨਾਂ ਦੀ ਸਾਰੀ ਗੱਲਾਂ ਬਾਤਾਂ ਪੁੱਛੀਆਂ ਅਤੇ ਮੈਂ ਅਖੀਰ 'ਚ ਉਹਨਾਂ ਨੂੰ ਪੁੱਛਿਆ ਕਿ ਪੁਰੇਵਾਲ ਸਾਹਿਬ ਇਹ ਸਾਰਾ ਹੀ ਪ੍ਰੋਸੀਜਰ 'ਚੋਂ ਲੰਘਦਿਆਂ ਕੈਲੰਡਰ ਬਾਰੇ ਤੁਹਾਡੀਆਂ ਮੀਟਿੰਗਾਂ ਹੋਈਆਂ, ਅਕਾਲ ਤਖਤ ਸਾਹਿਬ 'ਤੇ ਹੋਈਆਂ, ਵਿਦਵਾਨਾਂ ਨਾਲ ਗੱਲਾਂ ਹੋਈਆਂ, ਵੀ ਕੋਈ ਤੁਹਾਨੂੰ ਇਹੋ ਜਿਹੀ ਵਿਚਿੱਤਰ ਗੱਲ ਹੋਈ ਹੋਵੇ ਜਿਹੜੀ ਤੁਹਾਨੂੰ ਕਦੇ ਵੀ ਨਾ ਭੁੱਲੇ। ਅਤੇ ਉਹ 2 ਮਿੰਟ ਠੰਡਾ ਜਿਹਾ ਸੋਚ ਕੇ ਕਹਿਣ ਲੱਗੇ, ਮੈਂ ਸੋਚਿਆ ਕਿ ਇਹ ਦੱਸਣਗੇ ਕਿ ਫਲਾਣੇ ਵਿਦਵਾਨ ਨੇ ਮੈਨੂੰ ਆਹ ਗੱਲ ਦੱਸੀ ਜਾਂ ਫਲਾਣੇ ਵਿਦਵਾਨ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ, ਮੈਂ ਕਿਹਾ ਇੱਦਾਂ ਦੀ ਗੱਲ ਸੁਣਾਉਣਗੇ। ਅਤੇ ਉਹ ਸੁਣਾਉਣ ਲੱਗੇ, ਕਹਿੰਦੇ ਇੱਕ ਵਾਰੀ ਸੱਜਣਾ ਵੀ ਮੈਨੂੰ ਅਕਾਲ ਤਖਤ ਸਾਹਿਬ 'ਤੇ ਬੁਲਾਇਆ ਵੀ ਕੈਲੰਡਰ ਬਾਰੇ ਸਾਨੂੰ ਇਹ ਗੱਲਾਂ ਸਪਸ਼ਟ ਕਰੋ। ਕਹਿੰਦਾ ਮੈਂ ਖੜ੍ਹ ਕੇ ਗੱਲਾਂ ਆਪਣੀਆਂ ਕੋਈ ਦੱਸ ਰਿਹਾ ਸੀਗਾ ਅਤੇ ਇੱਕ ਸਧਾਰਨ ਜਿਹਾ ਸਿੰਘ ਉੱਠਿਆ, ਕਹਿੰਦਾ ਵੀ ਚਲੋ ਗੁਰੂ ਮਹਾਰਾਜ ਦੀ ਹਜ਼ੂਰੀ ਜਿੱਦਾਂ ਤਾਂ ਨਹੀਂ ਕਿਸੇ ਨੂੰ ਕਹਿਣਾ ਚਾਹੀਦਾ ਵੀ ਫਲਾਣਾ ਅਨਪੜ੍ਹ ਆ, ਪਰ ਕਹਿੰਦਾ ਮੈਨੂੰ ਉਹਦੇ ਪਹਿਰਾਵੇ ਤੋਂ, ਉਹਦੇ ਬੋਲਬਾਣੀ ਤੋਂ ਮੈਨੂੰ ਲੱਗਿਆ ਵੀ ਬਿਲਕੁਲ ਅਨਪੜ੍ਹ ਬੰਦਾ। ਉਹ ਕਹਿੰਦਾ ਉੱਠਿਆ ਅਤੇ ਉੱਠ ਕੇ ਮੇਰੇ ਲਾਗੇ ਨੂੰ ਆ ਕੇ, ਚਲੋ ਮੈਂ ਗੱਲ ਸੁਣਾਉਂਦਾ ਅਤੇ ਬੀਬੀਆਂ ਬੈਠੀਆਂ, ਉਹ ਕਹਿੰਦਾ ਮੇਰੇ ਨਾ ਬੱਖੀ 'ਤੇ ਹੱਥ ਜਿਹਾ ਲਾਉਣ ਲੱਗ ਪਿਆ। ਕਹਿੰਦਾ ਮੈਂ ਡਰਿਆ ਤਾਂ ਨਾ ਪਰ ਘਬਰਾ ਗਿਆ ਵੀ ਇਹ ਕੀ ਕਰਨ ਲੱਗਾ। ਅਤੇ ਕਹਿੰਦਾ ਜਦੋਂ ਹੱਥ ਜਿਹਾ ਲਾ ਕੇ ਮੈਨੂੰ ਕਹਿੰਦਾ ਇੱਕਦਮ ਰੌਲਾ ਪਾਤਾ, ਉਹ ਦੇਖੋ ਇਹ ਤਾਂ ਕਿਰਪਾਨ ਵੀ ਨਹੀਂ ਪਾਈ ਹੋਈ। ਅਤੇ ਉਹ ਕਹਿੰਦਾ ਵੀ ਮੈਂ ਕਿਹਾ ਭਰਾ ਵੀ ਕਿਰਪਾਨ ਤਾਂ ਮੈਂ ਪਾਈ ਹੋਈ ਆ, ਵੀ ਇੱਧਰ ਥੋੜ੍ਹੀ ਪਾਸੇ ਨੂੰ ਹੋਈ ਵੀ ਆ। ਸਾਧ ਸੰਗਤ ਜੀ, ਵੀ ਇਹ ਜਿਹੜੀਆਂ ਗੱਲਾਂ ਪੜ੍ਹਾਈ ਲਿਖਾਈ ਦੀਆਂ ਗੱਲਾਂ, ਇਹ ਗਿਆਨੀ ਗਿਆਨ ਸਿੰਘ ਨੇ, ਹੁਣ ਮਾफ़ ਕਰਨਾ, ਉਹਨੇ ਜਿਹੜੀ ਬਹੁਤ ਕੌੜੀ ਗੱਲ ਲਿਖੀ ਆ ਵੀ ਧੰਨ ਗੁਰੂ ਕੇ ਸਿੱਖ ਅਕਲ ਦੇ ਪੱਕੇ ਵੈਰੀ, ਧੰਨ ਗੁਰੂ ਸਮਰੱਥ ਚਿਨੇ ਵਸ ਕੀਤੇ ਜ਼ਹਿਰੀ, ਧੰਨ ਗੁਰੂ ਕੇ ਸਿੱਖ ਅਲ ਕੇ ਨਿਕਟ ਨ ਆਏ ਹੈ, ਧੰਨ ਗੁਰੂ ਸਮਰੱਥ ਪਕੜ ਕੇ ਨਿਕਟ ਬਹਾਏ ਹੈ। ਅਤੇ ਇਹ ਸਾਨੂੰ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਤਾਂ ਬਹਾਇਆ ਸੀਗਾ, ਪਰ ਸਾਡੀ ਮੱਤ ਮਾਰ ਦਿੱਤੀ ਵਿਪਰਵਾਦ ਨੇ। ਉਹੀ ਵਿਪਰਵਾਦ, ਜਿਸ ਵਿਪਰਵਾਦ ਨੇ ਇੰਨਾ ਗੁੱਸਾ ਖਾਧਾ ਵੀ ਗੁਰੂ ਨਾਨਕ ਨੇ ਜਨੇਊ ਪਾਉਣ ਤੋਂ ਇਨਕਾਰ ਕਿਉਂ ਕੀਤਾ, ਉਹ ਸਾਡਾ ਇੰਨਾ ਵੈਰੀ ਹੋ ਗਿਆ
ਕਿ ਉਹ ਕਦੇ ਚੰਦੂ ਰਾਹੀਂ, ਕਦੇ ਪਿਰਥੀ ਚੰਦ ਰਾਹੀਂ, ਕਦੇ ਹਰਭਗਤ ਨਰੰਜਣੀਏ ਰਾਹੀਂ, ਕਦੇ ਕਿਸੇ ਤਰ੍ਹਾਂ, ਕਦੇ ਕੋਈ ਰੂਪ ਧਾਰ ਕੇ, ਕਦੇ ਸਾਡਾ ਮਿੱਤਰ ਬਣ ਕੇ, ਕਦੇ ਦੁਸ਼ਮਣ ਬਣ ਕੇ, ਕਦੇ ਸਾਡਾ ਸ਼ਰੀਕ ਬਣ ਕੇ, ਕਦੇ ਸਾਡੇ ਵਿੱਚ ਰਲ ਕੇ। ਤੇ ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਕਿ 1909 ਦੇ ਵਿੱਚ ਵਿਪਰਵਾਦੀਆਂ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਹਨੂੰਮਾਨ ਦੀਆਂ, ਸ਼ਿਵ ਜੀ ਦੀਆਂ, ਦੇਵੀ ਦੇਵ ਸਾਰੀਆਂ ਮੂਰਤੀਆਂ ਟਿਕਾ ਦਿੱਤੀਆਂ। ਤੇ ਉਹ ਸਿੱਖਾਂ ਨੂੰ, ਸਿੱਖ ਫੌਜੀ ਇਤਿਹਾਸ ਵਿੱਚ ਲਿਖਿਆ ਵੀ ਸਿੱਖ ਫੌਜੀਆਂ ਨੂੰ ਦੇਖੀਆਂ ਪਹਿਲਾਂ, ਤੇ ਉਹਨਾਂ ਨੂੰ ਚੁਕਾਈਆਂ ਜਾ ਕੇ। ਅੰਮ੍ਰਿਤਸਰ ਦੇ ਅੰਗਰੇਜ਼ ਡੀਸੀ ਤੱਕ ਗੱਲ ਪਹੁੰਚੀ, ਤੇ ਉਹ ਜਿਹੜੀਆਂ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਰਖਾਈਆਂ ਗਈਆਂ ਸੀਗੀਆਂ, ਤੇ ਉਹ ਸਿੱਖਾਂ ਨੇ ਦੇਖ ਲਈਆਂ, ਪਿਆ ਹਨੂੰਮਾਨ ਪਿਆ, ਸ਼ਿਵ ਜੀ ਪਿਆ, ਭੈਰੋ ਜਤੀ ਪਿਆ, ਉਹ ਚੁਕਾ ਦਿੱਤੀਆਂ। ਤੇ ਹੁਣ ਉਹ ਵਿਪਰਵਾਦ ਇੰਨਾ ਚਲਾਕ ਹੋ ਗਿਆ, ਹੁਣ ਉਹਨਾਂ ਨੇ ਮੂਰਤੀਆਂ ਉਹ ਬਿਠਾ ਲਈਆਂ ਆ ਜਿਨ੍ਹਾਂ ਦੇ ਗਾਤਰੇ ਵੀ ਬਹੁਤ ਸੋਹਣੇ ਆ, ਦਾੜੀਆਂ ਵੀ ਲੰਬੀਆਂ, ਨੀਲੀਆਂ ਪੱਗਾਂ, ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਭੈਰੋ ਜਤੀ ਦੀ ਮੂਰਤੀ ਕਿ ਇਹ ਸਿੰਘ ਆ। ਤੇ ਉਹ ਜਿਹੜੇ ਬੰਦੇ ਉੱਥੇ ਬੈਠੇ ਆ, ਤੇ ਉਹਨਾਂ ਦੀ ਜਿਹੜੀ ਅਸੀਂ ਚਾਹੁੰਦੇ ਵੀ ਸਾਡੀ ਕੌਮ ਦੀ ਰਖਵਾਲੀ ਕਰਨਗੇ। ਦੇਖੋ ਕਿੱਦਾਂ ਕਹਿੰਦੇ ਚੀਕਾਂ ਪਈਆਂ ਜੀ, ਫਲਾਣ ਪਈਆਂ। ਉਹ ਤੁਸੀਂ ਵੈਸੇ ਹੱਸੀ ਜਾਓ, ਵੱਖਰੀ ਗੱਲ ਹੈ। ਆ ਤੁਸੀਂ ਖਾਲਸਾ ਨਿਊਜ਼ 'ਤੇ ਪੜ੍ਹ ਲਈ ਹੋਣੀ ਆ, ਉਹ ਸਾਨੂੰ ਮੂਰਖ ਸੱਦਦੇ ਆ, ਕਹਿੰਦੇ ਬਾਹਰਲੇ ਸਿੱਖਾਂ ਦਾ ਦਿਮਾਗ ਖਰਾਬ ਹੋਇਆ ਆ। ਤੇ ਅੱਛਾ, ਉਹਨਾਂ ਦੀ ਗੱਲ ਤੁਸੀਂ, ਅਸੀਂ ਸੋਚਦੇ ਹਾਂ ਵੀ ਸਾਡੀ ਉਹ ਰਖਵਾਲੀ ਕਰਨਗੇ ਸਾਡੇ ਸਿਧਾਂਤ ਦੀ। ਤੇ ਉਹਨਾਂ ਬਾਰੇ ਤਾਂ ਇੱਕ ਨਾ ਗੁਰਭਜਨ ਗਿੱਲ ਨੇ ਸ਼ੇਅਰ ਕੇ ਲਿਖਿਆ ਆ, ਲਿਖਿਆ ਤਾਂ ਪਤਾ ਨਹੀਂ ਉਹਨੇ ਕਵੀ ਨੇ ਕਿਹਦੇ ਬਾਰੇ ਆ, ਪਰ ਉਹ ਸਾਡੇ ਜਿਹੜੇ ਉਹ ਬੈਠੇ ਆ ਉਹਨਾਂ ਉੱਤੇ ਪੂਰਾ ਟੁਕਦਾ। ਉਹ ਕਹਿੰਦਾ, ਗਾਨੀ ਵਾਲੇ ਤੋਤੇ, ਗਾਨੀ ਵਾਲੇ ਤੋਤੇ ਉਹ ਦੁਹਰਾਈ ਜਾਵਣ, ਜੋ ਕੁਝ ਬੋਝਣ ਰਾਜ ਭਵਨ ਦੇ ਸੀਲ ਕਬੂਤਰ। ਉਹੀ ਕੁਛ ਉਹਨੂੰ ਕਹੀ ਜਾਣਾ ਹੈਗਾ। ਤੋ ਸਾਧ ਸੰਗਤ ਜੀ, ਉਹ ਵਿਪਰਵਾਦ ਜਿਹਨੇ ਛਲੇਡਾ ਰੂਪ ਧਾਰ ਕੇ, ਇਹ ਸਾਡੇ ਕੈਲੰਡਰ ਦੀ ਗੱਲ ਤਾਂ ਹੁਣ ਚੱਲੀ ਨਾ, ਉਹਨਾਂ ਨੇ ਜਦੋਂ 1932 ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਨੇ ਕਿਤਾਬ ਲਿਖੀ ਹਮ ਹਿੰਦੂ ਨਹੀਂ। ਦੇਖੋ ਸੋਚਣ ਵਾਲੀ ਗੱਲ ਹੈ ਵੀ ਮੈਂ ਕਹਾਂ ਕਿ ਮੈਂ ਈਸਾਈ ਨਹੀਂ ਹੈ ਤਾਂ ਈਸਾਈਆਂ ਦੇ 'ਚ ਕੀ ਢਿੱਡ ਦੁਖਦਾ ਵੀ ਮੇਰੇ ਦੁਆਲੇ ਹੋ ਜਾਣ, ਜਾਂ ਮੈਂ ਕਹਾਂ ਵੀ ਮੈਂ ਮੁਸਲਮਾਨ ਨਹੀਂ ਹੈ, ਮੈਂ ਲਿਖ ਕੇ ਦੇਵਾਂ ਕਿ ਮੁਸਲਮਾਨ ਨਹੀਂ ਹੈ, ਮੁਸਲਮਾਨ ਮੇਰੇ ਦੁਆਲੇ ਕਿਉਂ ਹੋ ਜਾਣ। ਪਰ ਜਦੋਂ ਭਾਈ ਕਾਹਨ ਸਿੰਘ ਨਾਭਾ ਨੇ ਕਿਤਾਬ ਲਿਖੀ ਹਮ ਹਿੰਦੂ ਨਹੀਂ, ਤਾਂ ਹਿੰਦੂ ਮਹਾਸਭਾ ਨੇ ਰੌਲਾ ਚੱਕ ਲਿਆ, ਉਸ ਕਿਤਾਬ ਨੂੰ ਬੈਨ ਕਰਾ ਕੇ ਸਾਹ ਲਿਆ ਉਹਨਾਂ ਨੇ। ਤੇ ਉਹੀ ਵਿਪਰਵਾਦ ਜਿਨ੍ਹਾਂ ਨੇ ਮਹੰਤ ਨਾਰਾਇਣ ਦਾਸ ਨੂੰ ਬਚਾਉਣ ਲਈ ਉਹਦਾ ਮੁਕੱਦਮਾ ਲੜਿਆ ਸੀਗਾ। ਤੇ ਗੱਲ ਮੁੜ ਕੇ ਡਾਕਟਰ ਗੁਰਮੇਲ ਸਿੰਘ ਨੇ ਕਹੀ ਨਾ ਵੀ ਪੜ੍ਹਦੇ ਨਹੀਂ ਹੈ, ਸੈਕਟਰੀ ਸਾਹਿਬ ਨੇ ਵੀ ਕਿਹਾ ਤੁਸੀਂ ਪੜ੍ਹਦੇ ਨਹੀਂ ਹੈਗੇ, ਇਤਿਹਾਸ ਪੜ੍ਹੋ ਭਰਾਵੋ, ਵੱਧ ਤੋਂ ਵੱਧ ਪੜ੍ਹੋ। ਉਹ ਡਾਕਟਰ ਸੰਗਤ ਸਿੰਘ ਦੀ ਕਿਤਾਬ ਹੈ ਇਤਿਹਾਸ ਵਿੱਚ ਸਿੱਖ, ਉਹ ਜ਼ਰੂਰ ਹਰੇਕ ਘਰ ਵਿੱਚ ਹੋਣੀ ਚਾਹੀਦੀ ਆ, ਤਾਂ ਕਿ ਸਾਨੂੰ ਪਤਾ ਲੱਗੇ ਅਸੀਂ ਕਿੱਥੋਂ ਕਿੱਥੋਂ ਮਾਰਾਂ ਖਾਧੀਆਂ। ਤੇ ਹੁਣ ਜਾਗਰੂਕ ਹੋਵੋ। ਹੁਣ ਇਹੀ ਇਲਾਜ ਇੱਕ ਗੱਲ ਹੈਗੀ ਆ ਵੀ ਕੋਈ ਵਿਅਕਤੀਗਤ ਤੌਰ 'ਤੇ ਗੁਰਦੁਆਰੇ ਦਾ ਪ੍ਰਬੰਧਕ ਹੈ, ਕਿਸੇ ਸਭਾ ਸੁਸਾਇਟੀ ਦਾ ਮੈਂਬਰ ਆ ਜਾਂ ਨਹੀਂ ਵੀ ਮੈਂਬਰ, ਉਹ ਇਹ ਐਲਾਨੀਆਂ ਕਹੇ, ਅਖਬਾਰ ਵਿੱਚ ਕਹੇ, ਟੀਵੀ 'ਚ ਕਹੇ, ਬੋਲ ਕੇ ਆਪਣੇ ਭਰਾਵਾਂ ਨੂੰ ਦੱਸੇ, ਕਮਿਊਨਿਟੀ ਵਿੱਚ ਕਹੇ ਕਿ ਅਸੀਂ ਨਾਨਕ ਸ਼ਾਹੀ ਕੈਲੰਡਰ ਜਿਹੜਾ 2003 ਵਾਲਾ ਉਹਨੂੰ ਵੀ ਮਾਨਤਾ ਦੇਣੀ ਆ, ਉਹਦੇ ਉੱਤੇ ਪਹਿਰਾ ਦੇਣਾ, ਉਹਦੇ ਉੱਤੇ ਸਾਰੇ ਗੁਰਪੁਰਬ ਮਨਾਉਣੇ ਆ, ਤਾਂ ਹੀ ਸਾਡੇ ਗੱਲ ਕੋਈ ਸੁਖ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ। ਭਾਈ ਤਰਲੋਚਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਦੀਆਂ ਲਿਖਤਾਂ ਸੋਚ ਨੂੰ ਟੁੰਬਣ ਵਾਲੀਆਂ ਹੁੰਦੀਆਂ। ਖਾਲਸਾ ਨਿਊਜ਼ ਤੇ ਪੰਜਾਬ ਟਾਈਮਜ਼ ਨਿਊਜ਼ਪੇਪਰ ਦੇ ਵਿੱਚ ਅਕਸਰ ਇਹਨਾਂ ਦੀਆਂ ਲਿਖਤਾਂ ਪਬਲਿਸ਼ ਹੁੰਦੀਆਂ ਰਹਿੰਦੀਆਂ। ਆਪਣੇ ਕੀਮਤੀ ਕੰਮਕਾਰਾਂ ਦੇ ਵਿੱਚੋਂ ਵਕਤ ਕੱਢ ਕੇ ਇਹ ਹਫ਼ਤਾਵਾਰੀ ਲਿਖਦੇ ਹਨ। ਸੋ ਸਾਨੂੰ ਲੋੜ ਹੈ ਅਜਿਹੇ ਜਾਗੇ ਹੋਏ ਵੀਰਾਂ ਦੀ, ਤੇ ਜ਼ਿਆਦਾ ਲੋੜ ਤਾਂ ਮੈਂ ਕਹਿੰਦਾ ਪੰਜਾਬ ਵਿੱਚ ਸੀ। ਜੇਕਰ ਉੱਥੇ ਵਿੱਚ ਰਹਿ ਕੇ ਤੁਸੀਂ ਸ਼੍ਰੋਮਣੀ ਕਮੇਟੀ ਦੇ ਕੋਈ ਕੰਮ ਕਰ ਸਕਦੇ, ਪਰ ਚਲੋ ਹੁਣ ਇੱਥੇ ਆਪਾਂ ਇਕੱਠੇ ਬਹਿ ਕੇ ਸਿਰ ਜੋੜ ਕੇ ਕੁਝ ਕਰਾਂਗੇ, ਤੁਹਾਡੀ ਵਰਗੇ ਵੀਰ ਨਾਲ ਹੋਣਗੇ ਤਾਂ ਜ਼ਰੂਰ ਸਾਨੂੰ ਸਫਲਤਾ ਮਿਲੂਗੀ। ਸਾਡੇ ਕੋਲੇ ਵੱਖ-ਵੱਖ ਜਥੇਬੰਦੀਆਂ ਵੱਲੋਂ ਦੂਰੋਂ ਦੂਰੋਂ ਵੀਰ ਇੱਥੇ ਪਹੁੰਚੇ ਹੋਏ ਹਨ। ਅਸੀਂ ਧੰਨਵਾਦੀ ਹਾਂ ਕਿ ਤੁਸੀਂ ਇਕਾਗਰਤਾ ਦੇ ਨਾਲ ਸੁਣ ਰਹੇ ਹੋ। ਤੇ ਹੁਣ ਜਿਹੜੇ ਅਗਲੇ ਬੁਲਾਰੇ ਹਨ, ਕਿਉਂਕਿ ਜਿਹੜਾ ਮੇਨ ਵਿਸ਼ਾ ਸੀ ਅੱਜ ਦੇ ਸੈਮੀਨਾਰ ਦਾ, ਉਸ ਬਾਰੇ ਚਰਚਾ ਸੀ, ਜੋ ਸੋਚ ਖਿਆਲ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਸਨ ਬੁਲਾਰੇ, ਉਹ ਪਹੁੰਚ ਚੁੱਕੀ ਹੈ। ਤੇ ਜਿਹੜੇ ਜ਼ਿਆਦਾਤਰ ਹੁਣ ਬੁਲਾਰੇ ਹਨ, ਉਹ ਤਕਰੀਬਨ ਪ੍ਰੋੜਤਾ ਕਰਨ ਦੇ ਲਈ ਕਿ ਜੋ ਇਹ ਕੈਲੰਡਰ ਨਾਨਕ ਸ਼ਾਹੀ ਕੈਲੰਡਰ ਹੈ, ਇਸ ਦੀ ਸਾਨੂੰ ਲੋੜ ਹੈ, ਇਸ ਦੀ ਪ੍ਰੋੜਤਾ ਕਰਨ ਲਈ ਆਪਣੀ ਜਥੇਬੰਦੀ ਵੱਲੋਂ ਕੁਝ ਮਿੰਟਾਂ ਦੇ ਲਈ ਹਾਜ਼ਰੀ ਲਗਵਾਉਣ ਲਈ ਸਟੇਜ ਦੇ ਉੱਪਰ ਆਉਣਗੇ। ਤੇ ਮੈਂ ਬੇਨਤੀ ਕਰਾਂਗਾ ਵੀਰ ਪਰਮਜੀਤ ਸਿੰਘ ਦਾਖਾ, ਪ੍ਰੈਜ਼ੀਡੈਂਟ ਦਲ ਖਾਲਸਾ ਅਲਾਇੰਸ ਵੱਲੋਂ, ਕਿ ਉਹ ਆ ਕੇ ਕੁਝ ਇੱਕ ਮਿੰਟਾਂ ਦੇ ਲਈ, ਕਿਉਂਕਿ ਵਕਤ ਆਲਰੇਡੀ 5:20 ਦਾ ਹੋ ਗਿਆ, ਸਾਡੇ ਕੋਲੇ 6:30 ਵਜੇ ਤੱਕ ਦਾ ਵਕਤ ਹੈ। ਸੋ ਸਾਰੇ ਵੀਰ ਇਸੇ ਤਰ੍ਹਾਂ ਇੱਕ 2 ਮਿੰਟਾਂ ਦੇ ਵਿੱਚ ਆ ਕੇ ਹਾਜ਼ਰੀ ਲਗਵਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਗੁਰੂ ਫਤਿਹ ਪ੍ਰਵਾਨ ਹੋਵੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਨਾਨਕ ਸ਼ਾਹੀ ਕੈਲੰਡਰ ਦੇ ਵਿਸ਼ੇ ਤੇ ਦੂਰੋਂ ਨੇੜਿਓਂ ਚੱਲ ਕੇ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ, ਪੰਥਕ ਦਰਦੀ ਵਰਲਡ ਸਿੱਖ ਫੈਡਰੇਸ਼ਨ ਦੇ ਸੱਦੇ ਤੇ ਪਹੁੰਚੇ ਹੋਏ ਨੇ, ਸਾਰੇ ਹੀ ਵਧਾਈ ਦੇ ਪਾਤਰ ਨੇ ਕਿ ਕਿਸੇ ਇੱਕ ਪੰਥਕ ਮੁੱਦੇ ਤੇ ਰਲ ਮਿਲ ਸਿਰ ਜੋੜ ਬੈਠੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਰਲ ਮਿਲ ਵਿਚਾਰਾਂ ਸਾਂਝੀਆਂ ਕਰ ਰਹੇ ਨੇ। ਤੇ ਮੈਂ ਦਲ ਖਾਲਸਾ ਅਲਾਇੰਸ ਵੱਲੋਂ ਮਹਿਸੂਸ ਕਰਦਾ ਕਿ ਜੋ ਅੱਜ ਆਪਾਂ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਹੋਈਆਂ ਸੋਧਾਂ ਦੇ ਬਾਰੇ ਵਿਚਾਰਾਂ ਕਰ ਰਹੇ ਹਾਂ, ਇਹ ਵੀ ਸਿੱਖ ਵਿਰੋਧੀ ਤਾਕਤਾਂ ਵੱਲੋਂ ਇੱਕ ਅੱਤਵਾਦ ਦਾ ਹੀ ਹਮਲਾ। ਅੱਤਵਾਦ ਦਾ ਹਮਲਾ ਸਿਰਫ ਹਥਿਆਰਾਂ ਨਾਲ ਨਹੀਂ, ਕਲਮ ਨਾਲ ਵੀ ਆ ਤੇ ਵਿਚਾਰਾਂ ਨਾਲ ਵੀ ਆ। ਇਹ ਹਿੰਦੂ ਮਤ ਦਾ ਜੋ ਅੱਤਵਾਦ ਦਾ ਹਮਲਾ, ਉਸੇ ਦਾ ਅਸੀਂ ਸ਼ਿਕਾਰ ਹੋ ਕੇ ਅੱਜ ਇੱਥੇ ਆਪਾਂ ਰਲ ਮਿਲ ਬੈਠੇ ਹਾਂ। ਇਹ ਅੱਤਵਾਦ ਦੇ ਉੱਤੇ ਮੋਹਰ ਅੱਜ ਤੋਂ ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਕੇ ਗਏ ਨੇ। ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ। ਇਹ ਬ੍ਰਾਹਮਣ ਨੂੰ ਜਿਹੜਾ ਮੱਥੇ ਟਿੱਕਾ ਦੇ ਤੇੜ ਧੋਤੀ ਲਾਉਂਦਾ, ਇਹਨੂੰ ਜਗਤ ਦਾ ਕਸਾਈ ਕਿਹਾ। ਕਸਾਈ ਕੌਣ ਆ? ਜਿਹੜਾ ਜ਼ੁਲਮ ਕਰਦਾ, ਅਤਿਆਚਾਰ ਕਰਦਾ, ਕਿਸੇ ਦੀ ਆਤਮਾ ਨੂੰ ਦੁੱਖ ਪਹੁੰਚਾਉਂਦਾ, ਉਹ ਕਸਾਈ ਆ। ਤੇ ਇਹਨਾਂ ਦੇ ਕਸਾਈ ਪੁਣੇ ਦਾ ਅਸਰ ਸਾਡੇ ਕੇਸਾਧਾਰੀ ਬਾਹਮਣਾਂ ਦੇ ਰਾਹੀਂ ਆ ਸਾਡੇ ਸਾਹਮਣੇ ਆਇਆ ਹੈ, ਜਿਸ ਦਾ ਅਸੀਂ ਸ਼ਿਕਾਰ ਹੋਏ ਬੈਠੇ ਹਾਂ। ਸੋ ਖਾਲਸਾ ਜੀ, ਕਿਸੇ ਵੀ ਪੰਥਕ ਮੁੱਦੇ ਤੇ ਗੱਲ ਤੋਰਨੀ ਹੀ ਔਖੀ ਆ। ਗੱਲ ਤੋਰਿਆਂ ਤੋਰਿਆਂ ਤੁਰਦੀ ਆ। ਤੋਰੀ ਹੋਈ ਗੱਲ ਆ ਕਾਫਲੇ ਬਣ ਜਾਂਦੇ ਨੇ। ਇਹ ਕਾਫਲੇ ਪੰਥ ਵਿਰੋਧੀ ਫੈਸਲਿਆਂ ਨੂੰ ਮਿੱਧ ਜਾਂਦੇ ਨੇ। ਸੋ ਉਹ ਸਮਾਂ ਆ ਗਿਆ ਜੋ ਪੰਥ ਵਿਰੋਧੀ ਫੈਸਲਿਆਂ ਨੂੰ ਮਿੱਧਣ ਲਈ, ਬਦਲਣ ਲਈ ਸਿੱਖ ਕੌਮ ਜਾਗਰੂਕ ਹੋ ਚੁੱਕੀ ਹੈ ਤੇ ਲਾਮਬੰਦ ਹੋ ਰਹੀ ਹੈ। ਇਸ ਲਈ ਇਹ ਵਰਲਡ ਸਿੱਖ ਫੈਡਰੇਸ਼ਨ ਦੇ ਪ੍ਰਬੰਧਕ ਸਮੂਹ ਵੀਰ, ਇਹ ਸੰਸਥਾ, ਇਹ ਜਥੇਬੰਦੀ ਵਧਾਈ ਦੀ ਪਾਤਰ ਹੈ। ਜੋ 2003 ਦਾ ਨਾਨਕਸ਼ਾਹੀ ਕੈਲੰਡਰ ਹੈ, ਅਸੀਂ ਦਲ ਖਾਲਸਾ ਅਲਾਇੰਸ ਵੱਲੋਂ ਉਸ ਕੈਲੰਡਰ ਨੂੰ ਹੀ ਮਾਨਤਾ ਦਿੰਦੇ ਹਾਂ। ਸਰਦਾਰ ਪਾਲ ਸਿੰਘ ਜੋ ਪੁਰੇਵਾਲ ਜੀ ਨੇ, ਉਹਨਾਂ ਦੇ ਕੰਮਾਂ ਦੀ ਅਸੀਂ ਸ਼ਲਾਘਾ ਕਰਦੇ ਹਾਂ। ਜੋ ਸੋਧ ਕੀਤੀ ਗਈ ਆ, ਅਸੀਂ ਉਸ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ। ਔਰ ਅਸੀਂ ਆਪਣੇ ਵੱਲੋਂ ਇੱਕ ਵਾਰ ਫਿਰ, ਕਿ ਸਮਾਂ ਥੋੜਾ ਹਜੇ ਬੁਲਾਰੇ ਕਾਫੀ ਨੇ, ਬੋਲਣ ਲਈ ਤਾਂ ਬਹੁਤ ਕੁਝ ਬੋਲਿਆ ਜਾ ਸਕਦਾ, ਪਰ ਲੇਕਿਨ ਪਿਛਲੇ ਕਾਫੀ ਸਾਲਾਂ ਤੋਂ ਜੋ ਅਖਬਾਰਾਂ ਦੇ ਵਿੱਚ ਪੜ੍ਹਦੇ, ਸੁਣਦੇ, ਦੇਖਦੇ ਆ ਰਹੇ ਹਾਂ, ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਜੋ ਵਿਚਾਰਾਂ ਆ ਰਹੀਆਂ, ਬਿਨਾਂ ਕਿਸੇ ਕਿੰਤੂ ਪ੍ਰੰਤੂ ਦੇ ਅਸੀਂ ਉਹਨਾਂ ਦੀ ਪ੍ਰੋੜਤਾ ਕਰਦੇ ਹਾਂ ਔਰ ਉਹਨਾਂ ਦੀ ਸਪੋਰਟ ਕਰਦੇ ਹਾਂ ਤੇ ਹਮਾਇਤ ਕਰਦੇ ਹਾਂ ਕਿ ਸਾਰੀਆਂ ਹੀ ਜਥੇਬੰਦੀਆਂ ਤੇ ਲਿਖਾਰੀਆਂ ਤੇ ਬੁਲਾਰਿਆਂ ਨੂੰ ਇਸੇ ਤਰ੍ਹਾਂ ਲਾਮਬੰਦ ਹੋ ਕੇ ਇਹ ਪੰਥ ਵਿਰੋਧੀ ਜਿਹੜੇ ਸਾਡੇ ਜਥੇਦਾਰ ਨੇ, ਇਹਨਾਂ ਨੂੰ ਮਜਬੂਰ ਕਰ ਦੇਣਾ ਚਾਹੀਦਾ ਕਿ ਆਪਾਂ ਆਪਣੇ 2003 ਦੇ ਜਾਰੀ ਕੀਤੇ ਹੋਏ ਕੈਲੰਡਰ ਨੂੰ ਮੁੜ ਆਪਾਂ ਲਾਗੂ ਕਰਵਾ ਸਕੀਏ। ਇੰਨਾ ਕੁਝ ਕਹਿੰਦਾ ਹੋਇਆ ਇੱਥੋਂ ਗੁਰੂ ਘਰ ਦੇ ਪ੍ਰਬੰਧਕਾਂ ਦਾ ਖਾਸ ਤੌਰ ਤੇ ਹਾਰਦਿਕ ਧੰਨਵਾਦ ਕਰਦਾ, ਜਿਨ੍ਹਾਂ ਨੇ ਸਿੱਖ ਕੌਮ ਦੇ ਬਹੁਤ ਹੀ ਗੰਭੀਰ ਮੁੱਦੇ ਤੇ ਵਿਚਾਰਾਂ ਸਾਂਝੀਆਂ ਕਰਨ ਲਈ ਇਹ ਪੰਥਕ ਵੀਰਾਂ ਦਾ ਸਾਥ ਦੇਣ ਦਾ ਉਪਰਾਲਾ ਕੀਤਾ। ਇਹਨਾਂ ਨੂੰ ਸਮਾਂ ਦਿੱਤਾ ਇੱਥੇ ਬੈਠਣ ਦਾ। ਇਹਨਾਂ ਦਾ, ਵੀਰਾਂ ਦਾ ਹਾਰਦਿਕ ਸਵਾਗਤ, ਜਿਨ੍ਹਾਂ ਨੇ ਸਾਰੀਆਂ ਜਥੇਬੰਦੀਆਂ ਨੂੰ ਇਕੱਠਿਆਂ ਕਰਕੇ ਇੱਕ ਪਲੇਟਫਾਰਮ ਤੇ ਲਿਆ ਕੇ ਕਿਸੇ ਇੱਕ ਪੰਥਕ ਮੁੱਦੇ ਤੇ ਵਿਚਾਰਾਂ ਸਾਂਝੀਆਂ ਕਰਨ ਦਾ ਉਪਰਾਲਾ ਕੀਤਾ। ਤੇ ਸਾਡੇ ਵਿੱਚ ਅੱਜ ਜੋ ਪੰਜਾਬ ਤੋਂ ਅਮਰੀਕਾ ਦੀ ਫੇਰੀ ਤੇ ਉੱਤੇ ਆਏ ਹੋਏ ਨੇ ਪੰਥਪ੍ਰੀਤ ਸਿੰਘ ਜੀ, ਖਾਸ ਜੋ ਕਿ ਇਹਨਾਂ ਨੂੰ ਟੀਵੀ ਦੇ ਉੱਤੇ ਆਮ ਸੁਣਿਆ ਜਾਂਦਾ, ਦੇਖਿਆ ਜਾਂਦਾ, ਬਹੁਤ ਤਕੜੇ ਇਹ ਆਪਣੇ ਵਿਚਾਰ ਪੇਸ਼ ਕਰਦੇ ਨੇ ਔਰ ਇਹ ਵੀ ਸਾਡੇ ਲਈ ਮਾਣ ਵਾਲੀ ਗੱਲ ਆ। ਇਹਨਾਂ ਨੂੰ ਇੱਥੇ ਪਹੁੰਚਣ ਤੇ ਮੈਂ ਆਪਣੇ ਦਲ ਖਾਲਸਾ ਅਲਾਇੰਸ ਵੱਲੋਂ ਜੀ ਆਇਆਂ ਕਹਿੰਦਾ। ਤੇ ਇਹ ਸਾਡੇ ਲਈ ਮਾਣ ਵਾਲੀ ਗੱਲ ਆ ਕਿ ਇਹ ਜਿਹੇ ਪੰਥਕ ਵਿਦਵਾਨ, ਪੰਥਕ ਪ੍ਰਚਾਰਕ ਇਹੋ ਜਿਹੇ ਮੁੱਦਿਆਂ ਤੇ ਜਦੋਂ ਇਹ ਪੰਥਕ ਵੀਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਬੈਠੇ ਹੋਣ ਤਾਂ ਸਾਡੇ ਲਈ ਇਹ ਬਿਲਕੁਲ ਖਫਰ ਵਾਲੀ ਗੱਲ ਆ
ਕਿ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਆਪਾਂ ਆਪਣੇ ਇਸ ਮਸਲੇ ਨੂੰ ਹੱਲ ਕਰਾਉਣ ਦੇ ਵਿੱਚ ਸਫਲਤਾ ਹਾਸਲ ਕਰਾਂਗੇ। ਇਹਨਾਂ ਕੁਝ ਕਹਿੰਦਾ ਹੋਇਆ 10 ਖੇਮਾਂ ਦਾ ਜੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।